Hello everyone, welcome you all in your own channel Learn Everything. ਸੋ ਆਪਾਂ ਕਹਿ ਰਹੇ ਸੀ ਫਿਜ਼ਿਕਸ ਦਾ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ, ਜਿਹਦੇ ਵਿੱਚ ਆਪਾਂ ਕਾਫੀ ਕੁਝ ਕਰ ਚੁੱਕੇ ਹਾਂ। ਨੈਕਸਟ ਜੋ ਹੈ ਦ ਲੈਪਲੇਸ ਐਂਡ ਪੋਇਜ਼ਨ ਇਕੁਏਸ਼ਨ ਇਨ ਇਲੈਕਟ੍ਰੋਸਟੈਟਿਕ ਸਪੈਸ਼ਲ ਸਿਲੇਬਸ ਦੇ ਵਿੱਚ ਮੈਂਸ਼ਨ ਹੈਗੀ ਆ, ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ। ਸੋ ਅਸੀਂ ਇਹਨੂੰ ਧਿਆਨ ਨਾਲ ਕਰਾਂਗੇ, ਠੀਕ ਹੈ। ਇਸ ਵੀਡੀਓ ਦੇ ਵਿੱਚ ਆਪਾਂ ਦੋ ਚੀਜ਼ਾਂ ਸਮਝਾਂਗੇ, ਲੈਪਲੇਸ ਐਂਡ ਪੋਇਜ਼ਨ ਇਕੁਏਸ਼ਨ ਇਨ ਇਲੈਕਟ੍ਰੋਸਟੈਟਿਕ ਐਂਡ ਸੈਕੰਡ ਇਜ਼ ਦਾ ਇਕੁਪੋਟੈਂਸ਼ੀਅਲ ਸਰਫੇਸ। ਇਹ ਦੋਨੇ ਸਿਲੇਬਸ ਦੇ ਵਿੱਚ ਮੈਂਸ਼ਨ ਹੈਗੇ ਨੇ, ਠੀਕ ਹੈ। ਬਾਕੀ ਕੂਲਮ ਲਾਅ ਐਂਡ ਕਰਲ ਆਫ ਇਲੈਕਟ੍ਰਿਕ ਫੀਲਡ, ਇਲੈਕਟ੍ਰਿਕ ਫਲਕਸ, ਗੌਸ ਲਾਅ, ਇਹ ਸਾਰੇ ਆਪਾਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਕਰ ਚੁੱਕੇ ਹਾਂ, ਤੁਸੀਂ ਚੈੱਕ ਕਰ ਸਕਦੇ ਹੋ ਪਲੇਲਿਸਟ ਦੇ ਵਿੱਚ ਜਾ ਕੇ। ਸੋ ਨੈਕਸਟ ਇਜ਼ ਦ ਲੈਪਲੇਸ ਐਂਡ ਪੋਇਜ਼ਨ ਇਕੁਏਸ਼ਨ ਇਨ ਇਲੈਕਟ੍ਰੋਸਟੈਟਿਕ। ਸਮਝਦੇ ਆ ਪਹਿਲਾਂ। ਦ ਇਲੈਕਟ੍ਰਿਕ ਫੀਲਡ E ਇਜ਼ ਰਿਲੇਟਡ ਟੂ ਇਲੈਕਟ੍ਰਿਕ ਪੋਟੈਂਸ਼ੀਅਲ V ਐਜ਼, ਇਹ ਆਪਾਂ ਰਿਲੇਸ਼ਨ ਪੜ੍ਹ ਲਿਆ ਸੀਗਾ ਕਿ E ਦਾ V ਨਾਲ ਕੀ ਰਿਲੇਸ਼ਨ, ਇਹ ਵੀ ਸਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਹੈਗਾ, ਦ ਰਿਲੇਸ਼ਨ ਬਿਟਵੀਨ ਇਲੈਕਟ੍ਰਿਕ ਫੀਲਡ ਐਂਡ ਪੋਟੈਂਸ਼ੀਅਲ ਡਿਫਰੈਂਸ, ਠੀਕ ਹੈ। ਸੋ E ਇਜ਼ ਮਾਈਨਸ ਆਫ ਡੈਲ ਆਫ B, ਠੀਕ ਹੈ। ਸੋ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ, ਇਹ ਬਹੁਤ ਇੰਪੋਰਟੈਂਟ ਹੈ, ਇਹਦੇ 'ਤੇ ਨਿਊਮੈਰੀਕਲ ਵੀ ਬਣ ਜਾਂਦਾ ਆ। ਸੋ ਇਹ ਆਪਾਂ ਕਰ ਚੁੱਕੇ ਹਾਂ, ਇਹ ਸਾਨੂੰ ਰਿਲੇਸ਼ਨ ਪਤਾ ਆ। ਨਾਓ ਇਲੈਕਟ੍ਰਿਕ ਪੋਟੈਂਸ਼ੀਅਲ V ਇਜ਼ ਦ ਸਕੇਲਰ ਫੰਕਸ਼ਨ ਆਫ ਸਪੇਸ ਕੋਆਰਡੀਨੇਟ, ਇੱਕ ਸਕੇਲਰ ਫੰਕਸ਼ਨ ਹੈਗਾ ਅਕੋਰਡਿੰਗ ਟੂ ਡਿਫਰੈਂਸ਼ੀਅਲ ਇਕੁਏਸ਼ਨ ਆਫ ਗੌਸ ਲਾਅ ਇਨ ਫ੍ਰੀ ਸਪੇਸ। ਇਹ ਹੈਗੀ ਡਿਫਰੈਂਸ਼ੀਅਲ ਇਕੁਏਸ਼ਨ ਕਿ ਡਾਇਵਰਜੈਂਸ ਆਫ E ਇਕੁਅਲ ਟੂ ਹੁੰਦੀ ਆ ਰੋ ਅਪੋਨ ਐਪਸਾਈਲਨ ਨੋਟ। ਇਹ ਡਾਇਵਰਜੈਂਸ ਹੈਗੀ, ਜਿਹਦਾ ਕਰਲ ਆਪਾਂ ਫਾਈਂਡ ਆਊਟ ਕੀਤਾ ਸੀਗਾ ਨਾ, ਕਰਲ ਆਫ ਇਲੈਕਟ੍ਰਿਕ ਫੀਲਡ 0 ਆਇਆ ਸੀ। ਡਾਇਵਰਜੈਂਸ ਜਿਹੜਾ ਇਲੈਕਟ੍ਰਿਕ ਫੀਲਡ ਦਾ ਹੁੰਦਾ ਰੋ ਅਪੋਨ ਐਪਸਾਈਲਨ ਨੋਟ। ਰੋ ਇੱਥੇ ਹੈਗੀ ਡੈਂਸਿਟੀ ਉਸ ਚਾਰਜ ਦੀ, ਠੀਕ ਹੈ। ਸੋ ਹੁਣ ਇਹਨੂੰ ਆਪਾਂ ਅੱਗੇ ਸੋਲਵ ਕਰਦੇ। ਤੁਸੀਂ ਇਹ ਵੀ ਯਾਦ ਰੱਖਣਾ, ਕਈ ਵਾਰੀ ਡਾਇਰੈਕਟ ਨਾ ਇਹ ਜਿਹੜੀ ਡਿਫਰੈਂਸ਼ੀਅਲ ਫਾਰਮ ਗੌਸ ਲਾਅ ਦੀ ਪੁੱਛੀ ਜਾ ਸਕਦੀ। ਵੈਸੇ ਸਿਲੇਬਸ 'ਚ ਮੈਂਸ਼ਨ ਨਹੀਂ ਹੈਗੀ, ਇਸ ਲਈ ਮੈਂ ਇੱਥੇ ਜ਼ਿਆਦਾ ਸਟ੍ਰੈਸ ਨਹੀਂ ਦਿੱਤਾ। ਕਰਲ ਸਾਡੇ ਸਿਲੇਬਸ 'ਚ ਮੈਂਸ਼ਨ ਹੈਗਾ, ਸੋ ਬਟ ਫਿਰ ਵੀ ਤੁਸੀਂ ਇਹਨੂੰ ਯਾਦ ਰੱਖਣਾ, ਠੀਕ ਹੈ। ਹੁਣ ਆਪਾਂ ਕੀ ਕੀਤਾ, ਇਹਦੇ ਵਿੱਚ ਦੇਖੋ ਇਕੁਏਸ਼ਨ ਦੇ ਵਿੱਚ ਆਪਾਂ ਵੈਲਿਊ ਪੁੱਟ ਕਰ ਦਿੱਤੀ, ਠੀਕ ਹੈ। ਡਾਇਵਰਜੈਂਸ ਆਫ E ਸੀਗਾ, E ਦੀ ਵੈਲਿਊ ਕੀ ਆਈ ਸੀਗੀ ਮਾਈਨਸ ਡੈਲ ਆਫ V ਇਕੁਅਲ ਟੂ ਰੋ ਅਪੋਨ ਐਪਸਾਈਲਨ ਨੋਟ। ਡਾਇਵਰਜੈਂਸ ਮਤਲਬ ਕੀ ਹੁੰਦਾ, ਡੈਲ ਡਾਟ, ਠੀਕ ਹੈ। ਡੈਲ ਡਾਟ ਮਾਈਨਸ ਡੈਲ ਆਫ V, ਡੈਲ ਡਾਟ ਡੈਲ ਕੀ ਬਣ ਜਾਏਗਾ, ਡੈਲ ਸਕੇਅਰ ਇਕੁਅਲ ਟੂ ਕੀ ਆ ਗਿਆ, ਇਹ ਤਾਂ ਦੇਖੋ ਇੱਥੇ ਸਕੇਅਰ ਬਣ ਗਿਆ ਇਕੁਅਲ ਟੂ ਰੋ ਅਪੋਨ ਐਪਸਾਈਲਨ ਨੋਟ। ਡੈਲ ਨੂੰ ਡੈਲ ਨਾਲ ਕੀਤਾ, ਡੈਲ ਸਕੇਅਰ ਆ ਗਿਆ ਇਕੁਅਲ ਟੂ ਰੋ ਅਪੋਨ ਐਪਸਾਈਲਨ ਨੋਟ, ਯਾਨੀ ਕਿ ਡੈਲ ਸਕੇਅਰ V, ਇਹ ਮਾਈਨਸ ਇੱਧਰ ਲੈ ਜਾਓ, ਰੋ ਅਪੋਨ ਐਪਸਾਈਲਨ ਨੋਟ ਆ ਗਿਆ ਮਾਈਨਸ ਦੇ। ਇਹਨੂੰ ਹੀ ਬੋਲਦੇ ਆਪਾਂ ਪੋਇਜ਼ਨ ਇਕੁਏਸ਼ਨ ਇਨ ਇਲੈਕਟ੍ਰੋਸਟੈਟਿਕ। ਦੇਖੋ ਡਰਾਈਵ ਵੀ ਕਰਨੀ ਪੈਗੀ, ਕੁਛ ਔਖਾ ਨਹੀਂ ਹੈਗਾ, ਬਟ ਤੁਸੀਂ ਯਾਦ ਰੱਖਣੀ ਹੈ। ਡੈਲ ਸਕੇਅਰ V equal to minus rho upon epsilon naught. This is known as the Poisson equation in ਇਲੈਕਟ੍ਰੋਸਟੈਟਿਕ। ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ, ਤੁਸੀਂ ਐਜ਼ ਇਟ ਇਜ਼ ਦਿਮਾਗ ਦੇ ਵਿੱਚ ਰੱਖਣਾ। ਹੁਣ ਕੀ ਹੁੰਦਾ, ਫॉर ਚਾਰਜ ਫ੍ਰੀ ਸਪੇਸ ਜਿਹੜੀ ਰੋ ਆ ਉਹ 0 ਹੋ ਜਾਂਦੀ ਹੈ। ਜੇ ਆਪਾਂ ਰੋ ਨੂੰ 0 ਪੁੱਟ ਕਰ ਦਈਏ, ਇੱਥੇ ਡੈਲ ਸਕੇਅਰ ਵੀ 0 ਹੋ ਜਾਏਗਾ। ਇਹਨੂੰ ਆਪਾਂ ਲੈਪਲੇਸ ਇਕੁਏਸ਼ਨ ਕਹਿੰਦੇ ਇਨ ਇਲੈਕਟ੍ਰੋਸਟੈਟਿਕ। ਬਸ ਇਹੀ ਫਰਕ ਆ ਦੋਨਾਂ 'ਚ ਕਿ ਜਦੋਂ ਪੋਇਜ਼ਨ ਇਕੁਏਸ਼ਨ ਕੀਤੀ ਆ, ਪੋਇਜ਼ਨ ਇਕੁਏਸ਼ਨ ਲਈ ਕੀ ਸੀਗਾ, ਇਹ ਡੈਲ ਸਕੇਅਰ ਵੀ ਇਕੁਅਲ ਟੂ ਮਾਈਨਸ ਰੋ ਅਪੋਨ ਐਪਸਾਈਲਨ ਨੋਟ ਸੀਗਾ। ਬਟ ਇਨ ਕੇਸ ਆਫ ਲੈਪਲੇਸ ਇਕੁਏਸ਼ਨ ਫ੍ਰੀ ਸਪੇਸ ਦੇ ਵਿੱਚ ਆਪਾਂ ਇਹ ਰੋ ਨੂੰ 0 ਕਰ ਦਿੱਤਾ, ਯਾਨੀ ਕਿ ਪੋਇਜ਼ਨ ਇਕੁਏਸ਼ਨ ਤੋਂ ਹੀ ਅੱਗੇ ਲੈਪਲੇਸ ਇਕੁਏਸ਼ਨ ਬਣ ਰਹੀ ਆ। ਉੱਥੇ ਡਾਇਵਰਜੈਂਸ ਆਫ ਡੈਲ ਸਕੇਅਰ ਵੀ ਹੋ ਗਿਆ 0, ਵਿਚ ਇਜ਼ ਅ ਲੈਪਲੇਸ ਇਕੁਏਸ਼ਨ ਇਨ ਦਾ ਇਲੈਕਟ੍ਰੋਸਟੈਟਿਕ। ਹੁਣ ਇਹਦੇ ਬਾਰੇ ਅੱਗੇ ਆਪਾਂ ਸਟੱਡੀ ਕਰਦੇ ਹਾਂ। ਇਹ ਲਿਖਿਆ ਹੋਇਆ ਸਭ ਤੋਂ ਪਹਿਲਾਂ, ਵੇਟ ਜ਼ੂਮ ਕਰ ਲਈਏ ਥੋੜਾ ਜਿਹਾ, ਡੈਲ ਡਾਟ E ਇਕੁਅਲ ਟੂ ਡਾਇਵਰਜੈਂਸ ਆਫ E ਦੈਟ ਇਜ਼ ਇਕੁਅਲ ਟੂ 0, ਠੀਕ ਹੈ। ਇਹਨੂੰ ਹੁਣ ਆਪਾਂ ਡਿਫਾਈਨ ਕਰ ਦਿੱਤਾ। ਲੈਪਲੇਸ ਇਕੁਏਸ਼ਨ ਇਜ਼ ਵੈਰੀ ਇੰਪੋਰਟੈਂਟ ਡਿਫਰੈਂਸ਼ੀਅਲ ਇਕੁਏਸ਼ਨ ਐਂਡ ਯੂਜ਼ਫੁਲ ਇਨ ਸਟੱਡਿੰਗ ਦਾ ਪ੍ਰੋਬਲਮ ਇਨ ਮੈਨੀ ਬ੍ਰਾਂਚ ਆਫ ਫਿਜ਼ਿਕਸ। ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ, ਸੋ ਪੇਪਰ ਦੇ ਪਰਸਪੈਕਟਿਵ ਲਈ ਵੀ ਇੰਪੋਰਟੈਂਟ ਹੈਗੀ ਸਾਡੇ ਲਈ। ਦ ਫੰਕਸ਼ਨ ਦੈਟ ਸੈਟਿਸਫਾਈ ਲੈਪਲੇਸ ਇਕੁਏਸ਼ਨ, ਉਹਨੂੰ ਆਪਾਂ ਕਹਿੰਦੇ ਆ ਸਫੈਰੀਕਲ ਹਾਰਮੋਨਿਕ। ਇਹ ਪੁੱਛਿਆ ਜਾ ਸਕਦਾ, ਜਿਹੜੇ ਫੰਕਸ਼ਨ ਇਹਨੂੰ ਸੈਟਿਸਫਾਈ ਕਰਨਗੇ ਲੈਪਲੇਸ ਇਕੁਏਸ਼ਨ ਨੂੰ, ਉਹਨੂੰ ਆਪਾਂ ਕਹਿਣਾ ਸਫੈਰੀਕਲ ਹਾਰਮੋਨਿਕ। ਇਲੈਕਟ੍ਰਿਕ ਪੋਟੈਂਸ਼ੀਅਲ V ਇਜ਼ ਸੱਚ ਅ ਫੰਕਸ਼ਨ, V ਉਹਦਾ ਫੰਕਸ਼ਨ ਹੈਗਾ, ਠੀਕ ਹੈ। ਸੋ ਇੱਥੋਂ ਸਾਡੇ ਕੋਲ ਡਾਇਵਰਜੈਂਸ E ਵੀ 0 ਹੋ ਗਈ ਹੈ। We have already seen that potential at any point due to spherical cell of charge behave as if whole charge is concentrated at its center. This in fact is a general property of spherical harmonic. Spherical harmonic ਦੀ ਇੱਕ ਜਨਰਲ ਪ੍ਰੋਪਰਟੀ ਦੱਸੀ ਆ ਕਿ ਜਿਹੜਾ ਪੋਟੈਂਸ਼ੀਅਲ ਹੈ ਨਾ ਕਿਸੇ ਵੀ ਪੁਆਇੰਟ ਤੇ ਡਿਊ ਟੂ ਸਫੈਰੀਕਲ ਸ਼ੈਲ, ਉਹ ਜਿਹੜਾ ਜਿੱਤੇ ਚਾਰਜ ਹੋਏਗਾ ਉਹ ਬਿਹੇਵ ਕਰ ਦੇਗਾ, ਇੱਦਾਂ ਕਰੇਗਾ ਕਿ ਜਿਹੜਾ ਹੋਲ ਚਾਰਜ ਆ ਉਹ ਕੌਨਸਨਟਰੇਟ ਕਿੱਥੇ ਹੋਇਆ ਪਿਆ, ਇਹਦੇ ਸੈਂਟਰ ਤੇ, ਠੀਕ ਹੈ। ਇਹਦੀ ਪ੍ਰੋਪਰਟੀ ਆ। ਸੋ ਮੇਨ ਇਹ 'ਚ ਤੁਸੀਂ ਹੁਣ ਇਹ ਪੁਆਇੰਟਸ ਯਾਦ ਰੱਖਣੇ, ਇੱਕ ਤਾਂ ਇਹ ਵਾਲੇ, ਠੀਕ ਹੈ। ਉਸ ਤੋਂ ਬਾਅਦ ਇਹ ਕਿੱਦਾਂ ਬਿਹੇਵ ਕਰਦੀ ਐਜ਼ ਅ ਸਫੈਰੀਕਲ ਹਾਰਮੋਨਿਕ, ਠੀਕ ਹੈ, ਜਿਹੜੇ ਫੰਕਸ਼ਨ ਨੂੰ ਸੈਟਿਸਫਾਈ ਕਰਨਗੇ। ਹੁਣ ਆਪਾਂ ਇਹਦਾ ਇੱਕ ਨਿਊਮੈਰੀਕਲ ਵੀ ਦੇਖਾਂਗੇ। ਦੇਖੋ, ਸ਼ੋ ਦੈਟ ਦਿਸ ਫੰਕਸ਼ਨ ਇਜ਼ ਸੈਟਿਸਫਾਈ ਲੈਪਲੇਸ ਇਕੁਏਸ਼ਨ। ਪੇਪਰ 'ਚੋਂ ਸਾਨੂੰ ਇੱਦਾਂ ਪੁੱਛੇਗਾ ਵਿਚ ਆਫ ਦ ਫੋਲੋਇੰਗ ਫੰਕਸ਼ਨ ਸੈਟਿਸਫਾਈ ਲੈਪਲੇਸ ਇਕੁਏਸ਼ਨ, ਠੀਕ ਆ, ਜਾਂ ਇਹ ਫੰਕਸ਼ਨ ਕਿਹਨੂੰ ਸੈਟਿਸਫਾਈ ਕਰਦਾ। ਅਤੇ ਸਾਨੂੰ ਪਤਾ ਉਹਦਾ ਜੇ ਡੈਲ ਸਕੇਅਰ 0 ਹੋਏਗਾ ਤਾਂ ਆਪਾਂ ਉਹਨੂੰ ਬੋਲਾਂਗੇ ਇਹ ਲੈਪਲੇਸ ਇਕੁਏਸ਼ਨ ਸੈਟਿਸਫਾਈ ਕਰਦਾ। ਦੇਖੋ ਕਿਉਂਕਿ ਆਪਾਂ ਹੁਣੇ ਤਾਂ ਕੀਤਾ, ਲੈਪਲੇਸ ਇਕੁਏਸ਼ਨ ਕਿਹੜੀ ਹੁੰਦੀ ਜੇ ਡੈਲ ਸਕੇਅਰ ਉਸ ਫੰਕਸ਼ਨ ਦਾ ਕੀ ਹੋਵੇ, 0 ਹੋਵੇ। ਸੋ ਆਪਾਂ ਦੇਖ ਲੈਣ ਡੈਲ ਸਕੇਅਰ ਫਾਈਂਡ ਆਊਟ ਕਰਕੇ। ਡੈਲ ਦਾ ਸਾਨੂੰ ਪਤਾ ਆ ਕਰਲੀ ਪੋਨ ਕਰਲੀ ਐਕਸ, ਕਰਲੀ ਪੋਨ ਕਰਲੀ ਵਾਈ, ਕਰਲੀ ਪੋਨ ਕਰਲੀ ਜ਼ੈਡ ਹੁੰਦਾ, ਠੀਕ ਹੈ। ਜੇ ਸਕੇਅਰ ਆ ਤਾਂ ਉੱਪਰ ਸਕੇਅਰ ਪਾ ਦੇਵਾਂਗੇ। ਫੰਕਸ਼ਨ ਸਾਡੇ ਕੋਲ ਕਿਹੜਾ ਦਿੱਤਾ ਹੋਇਆ, ਫੰਕਸ਼ਨ ਗਿਵਨ ਹੈਗਾ ਸਾਡੇ ਕੋਲ ਇੱਥੇ x ਸਕੇਅਰ ਮਾਈਨਸ ਵਾਈ ਸਕੇਅਰ ਪਲੱਸ ਜ਼ੈਡ।
ਪਹਿਲਾਂ x ਦਾ ਡੈਰੀਵੇਟਿਵ ਕਰ ਦਿਓ, ਫਿਰ y ਦਾ, ਫਿਰ z ਦਾ ਡੈਰੀਵੇਟਿਵ ਤਾਂ ਤੁਹਾਨੂੰ ਕਰਨਾ ਆਉਂਦਾ, ਤੁਸੀਂ ਉਸ ਅਕੋਰਡਿੰਗ ਡੈਰੀਵੇਟਿਵ ਕਰ ਲੋਗੇ। ਦੇਖੋ ਐਂਡ ਸਾਨੂੰ ਪੁਆਇੰਟਸ ਗਿਵਨ ਹੈਗੇ ਨੇ, नो ਪੁਆਇੰਟਸ ਨਹੀਂ ਗਿਵਨ ਹੈਗੇ ਨੇ। ਸੋ ਆਪਾਂ ਕੀ ਕੀਤਾ ਇੱਥੇ ਦੇਖੋ ਡੈਲ ਸਕੇਅਰ 5 ਕਰਲੀ x ਕੀਤਾ, ਠੀਕ ਹੈ, ਸਾਡੇ ਕੋਲ ਆ ਗਿਆ 2x, ਫਿਰ ਅਗੇਨ ਕੀਤਾ 2 आ गया, दो बारी डेरिवेटिव करना, यदि पहले विद रिस्पेक्ट टू वाई किया -2y, अगेन किया -2 आ गया, विद रिस्पेक्ट टू z किया z तो इक्वल 1, अगेन करांगे 1 का डेरिवेटिव 0। सो सारे ऐड कर देंगे, ये ऐड ही कर रहे हैं आप। सो ये आ गया 0। हुण डेल स्केयर 5 0 आ गया, दैट मीनस ये सैटिस्फाई कर रही है लैपलेस इक्वेशन। कितना ईजी है, जो सानू सिर्फ इक्वेशन बारे पता, डेल स्केयर भी उस फंक्शन का इक्वल टू होना चाहिए 0, मतलब x का डबल टाइम डेरिवेटिव, y का डबल टाइम डेरिवेटिव, z का डबल टाइम डेरिवेटिव प्लस कर दो सारे इक्वल टू 0 आता, दैट मीनस ये सैटिस्फाई कर दी है लैपलेस इक्वेशन, अदरवाइज नहीं सैटिस्फाई करेगी। क्लीयर, आई होप तो नहीं क्लीयर हो गया होगा, बहुत ज़्यादा ईजी है। नैक्सट देखो द इक्ू पोटेंशियल सरफेस, नाम तो ही है इक्ू पोटेंशियल सरफेस, वो सरफेस जिते पोटेंशियल जोड़ा हर जगह की होवे सेम होवे, मतलब इदा का सरफेस जिहदे हर पॉइंट ते लेट्स सी ए पॉइंट ते पोटेंशियल वी, इस पॉइंट ते पोटेंशियल वी, हर पॉइंट ते पोटेंशियल वी सेम हैगा ना, मतलब सेम पोटेंशियल हैगा, उन्होंने आप कहने इक्यू पोटेंशियल सरफेस, नाम तो ही है, ठीक है। इक्यू मैंने इक्वल पोटेंशियल सरफेस के उत्ते ये करैक्टरिस्टिक्स बहुत इंपॉर्टेंट है। पहला नो वर्क डन इन मूविंग ए टेस्ट चार्ज ओवर द इक्ू पोटेंशियल सरफेस, आ कोई तुहाडे कोल इक्ू पोटेंशियल सरफेस आ, तुसीं इत्थों इत्थे तक कोई चार्ज लेना, कोई वर्क डन नहीं होना, क्यों, तुहानूं भी पता जिहड़ा वर्क डन आ, ਜਿਹੜੇ ਇੱਕੋ जो ਆਪਾਂ डिफरेंस करते हैं, मान लो दिस इज द पोटेंशियल डिफरेंस, एक ਹੁੰਦਾ वर्क डन पर यूनिट टेस्ट चार्ज है ना। ਹੁਣ ਇੱਥੇ भी पोटेंशियल सेम है, ਇੱਥੇ भी सेम आ, दोनों च पोटेंशियल डिफरेंस की है 0, यानी पोटेंशियल डिफरेंस 0 तो वर्क भी की आ गया 0, क्योंकि रिलेशन पता होना चाहिए तुहानूं ਜਿਹੜਾ वर्क डन ना पर यूनिट टेस्ट चार्ज किसी तो किहदे इक्वल ਹੁੰਦਾ पोटेंशियल डिफरेंस, एक पॉइंट तो जैसे V तो मैं ए जाना है ना, ए तो B जाना, दिस इज द चेंज इन पोटेंशियल डिफरेंस इक्वल टू वर्क डन उस टेस्ट चार्ज ਨੂੰ ਲੈ ਕੇ ਜਾਣ ਲਈ ਕਿੰਨਾ ਲੱਗਾ। ਜੇ ਹੁਣ ਦੋਨੋਂ ਹੀ ਪੁਆਇੰਟ ਤੇ पोटेंशियल सेम आ, V भी है, V माइनस V 0, सो वर्क डन भी किया गया 0, इस करके इक्को पोटेंशियल सरफेस ਤੇ नो वर्क डन इज मूविंग द टेस्ट चार्ज ओवर इक्को पोटेंशियल, मतलब ਉੱਥੇ ਕੋਈ वर्क डन नहीं ਹੁੰਦਾ। कारण मैं तुहानूं दस दिता वर्क डन पर यूनिट टेस्ट इक्वल टू पोटेंशियल डिफरेंस होंदा, उन्होंने पोटेंशियल सेम है इसलिए डिफरेंस की हो गया 0, सो वर्क डन भी की हो गया 0। नैक्सट इज द इलैक्ट्रिक फील्ड इंटेंसिटी ई परपेंडिकुलर होंदी है इक्को पोटेंशियल सरफेस ते, बहुत ज़्यादा इंपॉर्टेंट हैगा आ, क्योंकि सानूं भी पता है जिहड़े डिफरेंस होंदा दैट्स इक्वल टू माइनस ऑफ लाइन इंटैग्रल ऑफ इलैक्ट्रिक फील्ड ये होंदा है, ठीक है। सिंस डी चेंज इन पोटेंशियल की है 0, सो ई डॉट डी एल भी किया गया 0। हुण डॉट प्रोडक्ट देखो, तुसीं मेरी गल सुनो, डॉट प्रोडक्ट 0 की गल करा, डॉट प्रोडक्ट 0 कदों होएगा जिन्हों विच एंगल किन्ने दा होएगा 90 डिग्री का, ठीक है ना। कॉस थीटा होंदा ना डॉट प्रोडक्ट में ओपन करके, ठीक है, उस तो भी तुसीं याद रख सकते हो, ठीक है। सो इक्को पोटेंशियली ये परपेंडिकुलर हो गया, क्योंकि देखो इन्हों इत्थे कहण दा मतलब कि ई डॉट डी एल मतलब ई डी एल कॉस थीटा इक्वल टू 0, हुण ये चीज़ 0 कदों होगी जो इत्थे थीटा की होएगा 90 डिग्री, दैट मीनस इन्हां च एंगल किन्ना दा ना 90 डिग्री। थर्ड इज इक्को पोटेंशियल सरफेस हेल्प्स टू डिस्टिंग्विश बिटवीन द रीजन ऑफ स्ट्रॉन्ग फील्ड एंड दोज ऑफ वीक फील्ड, सानूं पता लग जाता कि ज़्यादा स्ट्रॉन्ग फील्ड हैगा तो वीक फील्ड किहड़े तो हैगा इस रिलेशन तो, ई इज इक्वल टू माइनस डी वी अपॉन डी आर, डी आर आ गया माइनस डी वी अपॉन ई, सो जिहड़ा डी वी का कॉन्स्ट जिहड़ा चेंज इन पोटेंशियल 0 है इत्थे सिर्फ साडे कोल की है डी आर इनवर्सली प्रोपोर्शनल टू आ गया ई, सो इत्थों सानूं पता लग जाएगा कि जिन्नी ज़्यादा क्लोजर होणगे इलैक्ट्रिक फील्ड उन्ना की होएगा स्ट्रॉन्ग, क्योंकि क्लोजर मतलब डिस्टेंस घट गया, सो ई वध गया, ये वाइस वर्सा उल्टा होएगा इहदा। क्लीयर, सो मेन इक्को पोटेंशियल सरफेस के विचों यही वाली चीज़ां हैगियां, ठीक है। इक्को पोटेंशियल सरफेस की चीज़ हैगी आ, उहदियां प्रॉपर्टीज़ पेपर च आ सकदियां। एक ये भी याद रखना इक्को पोटेंशियल सरफेस कोई भी दो कभी एक दूजे नूं इंटरसैक्ट नहीं करते, ये पॉइंट नोट डाउन कर लेना, इंटरसैक्ट नहीं करेंगे, क्योंकि इंटरसैक्ट करेंगे दैट मीनस टू वैल्यू तो पॉसीबल नहीं हैगियां, हर जगह पोटेंशियल सेम है, काफ़ी इंपॉर्टेंट पॉइंट है इत्थे बुक ते मैंशन नहीं किया, तुसीं नोट कर लेना, कभी भी दो इक्को पोटेंशियल सरफेस एक दूजे नूं इंटरसैक्ट नहीं करते, ठीक है। सो ये ध्यान रखना, ये पॉइंट्स नोट डाउन कर लेना, ईजी हैगा, इंपॉर्टेंट हैगा। थैंक्स फॉर वॉचिंग द वीडियो।